ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ YouTube ਚੈਨਲ GPS ਮਾਨੀ ਖੇੜਾ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੋਮਨ ਸੰਖਿਆਵਾਂ ਬਾਰੇ, ਰੋਮਨ ਨੰਬਰਸ। ਤਾਂ ਇਹਨਾਂ ਨੂੰ ਸਿੱਖਣ ਤੋਂ ਪਹਿਲਾਂ ਆਪਾਂ ਇਸ ਸੰਬੰਧੀ ਕੁਝ ਨਿਯਮ ਅਤੇ ਕੁਝ ਚਿੰਨ੍ਹ ਹਨ ਜਿਨ੍ਹਾਂ ਦੀ ਗੱਲ ਕਰਾਂਗੇ। ਤਾਂ ਇਹਨਾਂ ਚਿੰਨ੍ਹਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਚਿੰਨ੍ਹ ਦੇਖੋ ਧਿਆਨ ਨਾਲ, ਇਹ ਆਪਣੀ ਇੰਗਲਿਸ਼ ਦੇ ਜਿਹੜੇ ਅਲਫਾਬੈਟ ਹੈ ਉਹਨਾਂ ਦੇ ਵਿੱਚੋਂ ਕੁਝ ਅਲਫਾਬੈਟ ਲਏ ਗਏ ਹਨ ਜਿਨ੍ਹਾਂ ਨੂੰ ਰੋਮਨ ਚਿੰਨ੍ਹਾਂ ਦੇ ਰੂਪ 'ਚ ਵਰਤਿਆ ਜਾਂਦਾ ਹੈ। ਤਾਂ ਉਹ ਚਿੰਨ੍ਹ ਕਿਹੜੇ ਹਨ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਦੇਖੋ ਲਿਖਿਆ ਹੈ I, ਫਿਰ V, X, L, C, D ਤੇ ਆਖਿਰ ਦੇ ਵਿੱਚ ਹੈ M। ਤਾਂ ਉਸ ਤੋਂ ਥੱਲੇ ਆਪਾਂ ਦੇਖੋ, ਅਗਰ ਰੋਮਨ ਸੰਖਿਆਵਾਂ ਦੀ ਤੁਲਨਾ ਜੇਕਰ ਆਪਾਂ ਸਾਡੀਆਂ ਸੰਖਿਆਵਾਂ ਨਾਲ ਕਰੀਏ ਤਾਂ ਉਹਨਾਂ ਦੀ ਕੀਮਤ ਇਹਨਾਂ ਦੇ ਸਾਹਮਣੇ ਲਿਖੀ ਹੋਈ ਹੈ। ਜਿਵੇਂ ਦੇਖੋ I ਨੂੰ 1 ਕਿਹਾ ਜਾਂਦਾ ਹੈ, ਉਵੇਂ V ਦੀ ਕੀਮਤ ਹੈ 5, X 10 ਹੈ, L ਦੀ ਕੀਮਤ ਹੈ 50, C 100, D 500 ਤੇ M ਜਿਹੜਾ ਹੈ ਉਹ 1000 ਹੈ। ਤਾਂ C ਤੱਕ ਦੇ ਜਿਹੜੇ ਚਿੰਨ੍ਹ ਹੈ ਉਹ ਬੱਚਿਆਂ ਨੇ, ਮੈਨੂੰ ਲੱਗਦਾ ਹੈ ਕਿ ਕਾਫੀ ਹੱਦ ਤੱਕ ਦੇਖੇ ਹੋਏ ਨੇ। ਜਿਹੜਾ D ਤੇ M ਹੈ ਇਹ ਉਹਨਾਂ ਵਾਸਤੇ ਇੱਕ ਦੋ ਨਵੇਂ ਅੰਕ ਹਨ ਜਾਂ ਚਿੰਨ੍ਹ ਹਨ। ਤਾਂ ਇਹਨਾਂ ਦੇ ਵਿੱਚ ਬੱਚਿਆਂ ਨੂੰ ਤਕਰੀਬਨ ਕਨਫਿਊਜ਼ਨ ਵੀ ਰਹਿੰਦੀ ਹੈ ਕਿ D ਦੀ ਜਿਹੜੀ ਕੀਮਤ ਹੈ ਉਹ 1000 ਹੈ ਜਾਂ 500 ਹੈ। ਤਾਂ ਇਹਨਾਂ ਦੇ ਵਿੱਚ ਕਨਫਿਊਜ਼ਨ ਰਹਿੰਦੀ ਹੈ। ਤਾਂ ਤੁਸੀਂ ਇੱਕ ਗੱਲ ਬੜੀ ਧਿਆਨ ਨਾਲ ਤੁਸੀਂ ਯਾਦ ਰੱਖਣੀ ਹੈ, ਇਹ ਬੜੀ ਵਧੀਆ ਤਰੀਕੇ ਨਾਲ ਤੁਸੀਂ ਸਮਝ ਸਕਦੇ ਹੋ। ਦੇਖੋ D ਜਿਹੜਾ ਹੈ ਉਹ ਅਲਫਾਬੈਟ ਦੇ ਹਿਸਾਬ ਨਾਲ ਦੇਖੀਏ ਆਪਾਂ ਤਾਂ ਚੌਥੇ ਸਥਾਨ ਤੇ D ਆਉਂਦਾ ਹੈ ਤੇ 13ਵੇਂ ਸਥਾਨ ਤੇ ਜਿਹੜਾ ਹੈ ਉਹ M ਹੈ। ਤਾਂ 4 ਜਿਹੜਾ ਹੈ ਉਹ 13 ਨਾਲੋਂ ਕੀ ਹੈ, ਛੋਟਾ ਹੈ। ਇਸ ਲਈ ਆਪਾਂ D ਦੀ ਜਿਹੜੀ ਕੀਮਤ ਹੈ ਉਹ M ਨਾਲੋਂ ਛੋਟੀ ਰੱਖਾਂਗੇ। ਤਾਂ ਛੋਟੀ ਰੱਖਾਂਗੇ ਤਾਂ ਇਹਦੀ ਕੀਮਤ ਕਿੰਨੀ ਰਹੇਗੀ, 500 ਤੇ ਇਹਦੀ ਕੀਮਤ ਰਹੇਗੀ 1000। ਇਸ ਤਰੀਕੇ ਨਾਲ ਵੀ ਇਸ ਨੂੰ ਯਾਦ ਰੱਖਿਆ ਜਾ ਸਕਦਾ ਹੈ। ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਕੁਝ ਨਿਯਮਾਂ ਦੀ। ਤਾਂ ਰੋਮਨ ਸੰਖਿਆਵਾਂ ਨੂੰ ਜਿਹੜਾ ਹੈ ਆਪਾਂ ਕੁਝ ਨਿਯਮਾਂ ਦੇ ਤਹਿਤ ਲਿਖਾਂਗੇ। ਕੁਝ ਨਿਯਮ ਨੇ ਜਿਨ੍ਹਾਂ ਨੂੰ ਮੈਂ ਪੜ੍ਹਾਂਗਾ। ਹੋ ਸਕਦਾ ਹੈ ਮੇਰੇ ਪੜ੍ਹਨ ਤੋਂ ਬਾਅਦ ਤੱਕ ਤੁਹਾਨੂੰ ਇਹ ਨਿਯਮ ਸਮਝ ਨਾ ਆਉਣ, ਪਰ ਜਦੋਂ ਆਪਾਂ ਸੰਖਿਆਵਾਂ ਨੂੰ ਲਿਖਣਾ ਸਿੱਖਾਂਗੇ ਤਾਂ ਇੱਕ ਇੱਕ ਕਰਕੇ ਸਾਰੇ ਨਿਯਮ ਜਿਹੜੇ ਹੈ ਉਹ ਆਪਾਂ ਕਲੀਅਰ ਕਰ ਲਾਂਗੇ ਤੇ ਬੜੀ ਆਸਾਨੀ ਨਾਲ ਤੁਹਾਨੂੰ ਸਮਝ ਆ ਜਾਣਗੇ। ਤਾਂ ਰੂਲ ਨੰਬਰ ਜਿਹੜਾ 1 ਹੈ, ਨਿਯਮ ਪਹਿਲਾ, ਤਾਂ ਉਹਦੇ ਵਿੱਚ ਦੇਖੋ ਮੈਂ ਜਿਹੜੇ ਚਿੰਨ੍ਹ ਲਿਖੇ ਹਨ ਉਹ ਕੀ ਲਿਖਿਆ ਹੈ, I, X, C ਤੇ M। I, X, C ਤੇ M। ਅੱਗੇ ਲਿਖਿਆ ਹੈ 3। ਇਸ ਦਾ ਮਤਲਬ ਹੈ ਕਿ ਆਹ ਜਿਹੜੇ ਚਿੰਨ੍ਹ ਹੈ ਇਹਨਾਂ ਦੀ ਤੁਸੀਂ ਵਰਤੋਂ ਲਗਾਤਾਰ 3 ਵਾਰੀ ਕਰ ਸਕਦੇ ਹੋ। 3 ਤੋਂ ਜ਼ਿਆਦਾ ਵਾਰ ਆਪਾਂ ਇਹਨਾਂ ਜਿਹੜੇ ਚਿੰਨ੍ਹ ਹੈ ਉਹਨਾਂ ਦੀ ਵਰਤੋਂ ਨਹੀਂ ਕਰ ਸਕਦੇ। ਤਾਂ ਲਗਾਤਾਰ ਵੱਧ ਤੋਂ ਵੱਧ ਤੁਸੀਂ 3 ਵਾਰ ਇਹਨਾਂ ਚਿੰਨ੍ਹਾਂ ਨੂੰ ਵਰਤ ਸਕਦੇ ਹੋ। 3 ਤੋਂ ਵੱਧ ਵਾਰ ਇਹ ਚਿੰਨ੍ਹ ਨਹੀਂ ਵਰਤੇ ਜਾ ਸਕਦੇ ਸੰਖਿਆ ਲਿਖਣ ਲਈ। ਨਿਯਮ ਨੰਬਰ 2 ਦੀ ਗੱਲ ਕਰੀਏ ਆਪਾਂ, ਰੂਲ ਨੰਬਰ 2। ਤਾਂ ਰੂਲ ਨੰਬਰ 2 'ਚ ਕੀ ਹੈ, ਦੇਖੋ V, L ਤੇ D ਇਹਨਾਂ ਚਿੰਨ੍ਹਾਂ ਨੂੰ ਸਿਰਫ ਇੱਕ ਹੀ ਵਾਰ ਵਰਤਿਆ ਜਾ ਸਕਦਾ ਹੈ। ਸੰਖਿਆ ਚਾਹੇ ਜਿੰਨੀ ਮਰਜ਼ੀ ਵੱਡੀ ਲਿਖਣੀ ਹੋਵੇ, ਇਹਨਾਂ ਚਿੰਨ੍ਹਾਂ ਦੀ ਵਰਤੋਂ ਜਿਹੜੀ ਹੈ ਉਹ ਸੰਖਿਆ ਵਿੱਚ ਸਿਰਫ ਇੱਕ ਹੀ ਵਾਰ ਹੋਏਗੀ। ਤਾਂ ਆਪਾਂ ਇਸ ਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਵੀ ਦੇਖਦੇ ਹਾਂ। ਜੇਕਰ ਮੈਂ ਇਹਨਾਂ ਦੇ ਉੱਪਰ ਇੱਕ ਆਇਤ ਦਾ ਡੱਬਾ ਲਗਾ ਦਿੰਦਾ ਹਾਂ, ਜਿਹਦੇ ਤੇ V ਤੇ L ਤੇ D ਤੇ, ਤਾਂ ਹੁਣ ਜਿਹੜਾ ਹੈ ਤੁਸੀਂ ਇਹਨੂੰ ਆਸਾਨੀ ਨਾਲ ਦੇਖ ਸਕਦੇ ਹੋ, ਸਮਝ ਸਕਦੇ ਹੋ ਕਿ V, L ਤੇ D ਇਹ ਜਿਹੜੇ ਨਾ 5 ਵਾਲੇ ਅੰਕ ਨੇ, ਹੈ ਨਾ। V ਦੀ ਕੀਮਤ 5 ਹੈ, L ਦੀ ਕੀਮਤ 50 ਹੈ, D ਦੀ ਕੀਮਤ 500 ਹੈ। ਤਾਂ ਇਹ ਜਿਹੜੇ 5 ਵਾਲੇ ਨੇ ਨਾ, 5, 50, 500, ਇਹਨਾਂ ਦੀ ਵਰਤੋਂ ਜਿਹੜੀ ਹੈ ਸੰਖਿਆ 'ਚ ਕੇਵਲ ਇੱਕ ਵਾਰ ਕੀਤੀ ਜਾ ਸਕਦੀ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਉਸ ਤੋਂ ਬਾਅਦ ਰੂਲ ਨੰਬਰ 3 ਦੇਖੋ। ਰੂਲ ਨੰਬਰ 3 'ਚ ਕੀ ਹੈ, ਵਧਾਉਣ ਲਈ I, X, C ਤੇ M ਦੀ ਵਰਤੋਂ ਕੀਤੀ ਜਾਂਦੀ ਹੈ। ਕੋਈ ਵੀ ਸੰਖਿਆ ਹੈ ਉਸ 'ਚ ਤੁਸੀਂ ਵਾਧਾ ਕਰਨਾ ਹੈ ਤਾਂ ਇਹਨਾਂ ਚਿੰਨ੍ਹਾਂ ਦੇ ਵਿੱਚੋਂ ਇੱਕ ਚਿੰਨ੍ਹ ਦਾ ਪ੍ਰਯੋਗ ਕੀਤਾ ਜਾਏਗਾ। ਜਿਵੇਂ ਦੇਖੋ ਆਪਾਂ ਕੋਈ ਸੰਖਿਆ ਲਿਖਦੇ ਹਾਂ, ਜਿਵੇਂ ਕਿ 14 ਲਿਖਿਆ, ਫਿਰ ਆਪਾਂ ਲਿਖਿਆ 15। ਤਾਂ 15 ਕਿਵੇਂ ਲਿਖਿਆ ਆਪਾਂ, ਪਹਿਲਾਂ ਇੱਥੇ 4 ਲਿਖਿਆ ਸੀ, ਫਿਰ ਆਪਾਂ ਅਗਲਾ ਜਿਹੜਾ ਚਿੰਨ੍ਹ ਹੈ ਉਹ 5 ਲਿਖਤਾ ਸੀ। ਤਾਂ ਉਸੇ ਤਰੀਕੇ ਨਾਲ ਹੀ ਜਦੋਂ ਸੰਖਿਆ ਰੋਮਨ ਸੰਖਿਆ ਵੱਧਦੀ ਹੈ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਚਿੰਨ੍ਹ ਨਾਲ ਵਾਧਾ ਕੀਤਾ ਜਾਂਦਾ ਹੈ। ਤੇ ਜੇਕਰ ਆਪਾਂ ਸੰਖਿਆ ਨੂੰ ਘਟਾਉਣਾ ਹੈ ਤਾਂ ਘਟਾਉਣ ਲਈ I, X ਤੇ C, ਇਹਦੇ ਵਿੱਚ M ਸ਼ਾਮਿਲ ਨਹੀਂ ਹੋਏਗਾ, I, X ਤੇ C ਇਹ ਘਟਾਉਣ ਲਈ ਵਰਤੇ ਜਾਂਦੇ ਹਨ। ਤਾਂ ਉਸ ਤੋਂ ਬਾਅਦ ਦੇਖੋ ਇੱਥੇ ਲਿਖਿਆ ਘਟਾਉਣ ਲਈ, ਦੁਬਾਰਾ ਫਿਰ ਲਿਖਿਆ ਹੈ, ਉਹ ਕਿਉਂ ਲਿਖਿਆ ਹੈ, ਅੱਗੇ ਲਿਖਿਆ V, L ਤੇ D, ਅੱਗੇ ਲਗਾਤਾ ਮੈਂ, ਇਹ X ਨਹੀਂਗਾ, ਧਿਆਨ ਨਾਲ ਦੇਖੋ, ਇਹ ਕ੍ਰੋਸ ਹੈ, ਕ੍ਰੋਸ ਮਤਲਬ ਕਾਂਟਾ। ਘਟਾਉਣ ਲਈ V, L ਤੇ D ਦੀ ਵਰਤੋਂ ਜਿਹੜੀ ਹੈ ਉਹ ਨਹੀਂ ਕੀਤੀ ਜਾਏਗੀ ਕਿਉਂਕਿ ਸੰਖਿਆ ਦੇ ਵਿੱਚ ਕੇਵਲ ਇਹਨਾਂ ਨੂੰ ਇੱਕ ਹੀ ਵਾਰ ਪ੍ਰਯੋਗ ਕੀਤਾ ਜਾਂਦਾ ਹੈ। ਤਾਂ ਘਟਾਉਣ ਲਈ ਇਹਨਾਂ
ਚਿੰਨ੍ਹਾਂ ਦੀ ਵਰਤੋਂ ਕਦੇ ਵੀ ਨਹੀਂ ਕੀਤੀ ਜਾਏਗੀ। ਉਸ ਤੋਂ ਬਾਅਦ ਜਿਹੜਾ ਰੂਲ ਨੰਬਰ 4 ਹੈ ਉਹਨੂੰ ਧਿਆਨ ਨਾਲ ਦੇਖੋ। ਸੰਖਿਆ ਨੂੰ ਵਧਾਉਣ ਲਈ ਸੱਜੇ ਪਾਸੇ ਅਤੇ ਘਟਾਉਣ ਲਈ ਖੱਬੇ ਪਾਸੇ ਦੀ ਵਰਤੋਂ ਕੀਤੀ ਜਾਏਗੀ। ਤਾਂ ਦੇਖੋ ਸੱਜਾ ਪਾਸਾ ਉਹੀ ਹੈ ਜਿਹੜਾ ਤੁਹਾਡਾ ਸੱਜਾ ਪਾਸਾ ਹੈ ਤੇ ਖੱਬਾ ਪਾਸਾ ਜਿਹੜਾ ਤੁਹਾਡਾ ਖੱਬਾ ਪਾਸਾ ਹੈ। ਤਾਂ ਸੰਖਿਆ ਨੂੰ ਜੇਕਰ ਤੁਸੀਂ ਵਧਾਉਣਾ ਹੈ ਤਾਂ ਆਪਾਂ ਸੱਜੇ ਪਾਸੇ ਨੂੰ ਅੰਕ ਲਿਖਾਂਗੇ ਤੇ ਜੇਕਰ ਤੁਸੀਂ ਘਟਾਉਣਾ ਹੈ ਤਾਂ ਖੱਬੇ ਪਾਸੇ ਨੂੰ ਅੰਕ ਲਿਖਾਂਗੇ। ਇੱਕ ਗੱਲ ਜਿਹੜੀ ਤੁਸੀਂ ਹੋਰ ਯਾਦ ਰੱਖਣੀ ਹੈ, ਘਟਾਉਣ ਲਈ ਸਿਰਫ ਇੱਕ ਹੀ ਅੰਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਤੇ ਵਧਾਉਣ ਲਈ ਤਾਂ ਆਪਾਂ ਜ਼ਿਆਦਾ ਅੰਕਾਂ ਦਾ ਪ੍ਰਯੋਗ ਵੀ ਕਰ ਸਕਦੇ ਹਾਂ। ਤਾਂ ਹੁਣ ਆਪਾਂ ਦੇਖਦੇ ਹਾਂ 1 ਤੋਂ ਲੈ ਕੇ 50 ਤੱਕ ਦੀਆਂ ਸੰਖਿਆਵਾਂ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਇਹਨਾਂ ਨੂੰ ਰੋਮਨ ਜਿਹੜੀ ਸੰਖਿਆ ਪੱਧਤੀ ਹੈ ਉਹਦੇ ਹਿਸਾਬ ਨਾਲ ਕਿਵੇਂ ਲਿਖ ਸਕਦੇ ਹਾਂ। ਤਾਂ ਦੇਖੋ ਸਭ ਤੋਂ ਪਹਿਲਾਂ ਲਿਖਿਆ ਹੈ ਆਪਣੇ ਕੋਲੇ 1। ਤਾਂ 1 ਵਾਸਤੇ ਇਹਨਾਂ ਕੋਲੇ ਇੱਕ ਚਿੰਨ੍ਹ ਹੈ, ਕਿਹੜਾ ਹੈ I। ਤਾਂ ਆਪਾਂ ਇੱਥੇ I ਲਿਖ ਦਾਂਗੇ। ਤਾਂ ਰੋਮਨ ਸੰਖਿਆ ਦੇ ਹਿਸਾਬ ਨਾਲ, ਰੋਮਨ ਅੰਕਾਂ ਦੇ ਹਿਸਾਬ ਨਾਲ 1 ਨੂੰ I ਨਾਲ ਲਿਖਿਆ ਜਾਂਦਾ ਹੈ। 2 ਕਿਵੇਂ ਲਿਖਾਂਗੇ? ਤਾਂ I ਨੂੰ ਕੀ ਕਰਨਾ ਹੈ, 2 ਵਾਰ ਲਿਖ ਦੇਣਾ ਹੈ। ਤਾਂ ਇਹ ਬਣ ਗਿਆ 2। ਅਗਰ ਅੱਗੇ ਆ ਗਿਆ 3, ਤਾਂ 3 ਨੂੰ ਕਿਵੇਂ ਲਿਖਾਂਗੇ ਆਪਾਂ? I ਨੂੰ ਆਪਾਂ 3 ਵਾਰ ਇਸ ਤਰ੍ਹਾਂ ਲਿਖ ਦਾਂਗੇ ਤਾਂ ਇਹ ਬਣ ਜਾਏਗਾ 3। ਉਸ ਤੋਂ ਬਾਅਦ ਦੇਖੋ ਆਪਣਾ ਪਹਿਲਾ ਨਿਯਮ ਕੀ ਸੀ ਕਿ ਆਪਾਂ ਕਿਸੇ ਵੀ ਅੰਕ ਦਾ ਪ੍ਰਯੋਗ 3 ਵਾਰੀ ਤੋਂ ਜ਼ਿਆਦਾ ਨਹੀਂ ਕਰ ਸਕਦੇ ਲਗਾਤਾਰ। ਤਾਂ ਹੁਣ ਦੇਖੋ ਜੇਕਰ 4 ਲਿਖਣਾ ਹੋਵੇ ਤਾਂ ਆਪਾਂ 4 ਇਸ ਤਰੀਕੇ ਨਾਲ ਨਹੀਂ ਲਿਖ ਸਕਦੇ ਕਿਉਂਕਿ ਇਸ ਦਾ ਪ੍ਰਯੋਗ I ਦਾ ਪ੍ਰਯੋਗ ਸਿਰਫ ਆਪਾਂ 3 ਵਾਰ ਕਰ ਸਕਦੇ ਹਾਂ। ਤਾਂ 4 ਨੂੰ ਲਿਖਣ ਲਈ ਆਪਾਂ ਕੀ ਕਰਾਂਗੇ? 4 ਨੂੰ ਲਿਖਣ ਲਈ ਆਪਾਂ ਨੂੰ ਅਗਲੇ ਚਿੰਨ੍ਹ ਤੇ ਜਾਣਾ ਪਏਗਾ। ਅਗਲਾ ਚਿੰਨ੍ਹ ਕਿਹੜਾ ਹੈ? V ਕਿਹਦੀ ਵੈਲਿਊ ਹੈ? V ਦੀ ਵੈਲਿਊ ਕਿੰਨੀ ਹੈ? 5। ਤਾਂ ਆਪਾਂ ਸਭ ਤੋਂ ਪਹਿਲਾਂ 5 ਦੇਖੋ 5 ਲਿਖਾਂਗੇ। ਤਾਂ 5 ਕਿਵੇਂ ਲਿਖਾਂਗੇ? V। ਹੁਣ ਆਪਾਂ ਦੇਖੋ 5 ਲਿਖਤਾ। ਹੁਣ 4 ਕਿਵੇਂ ਲਿਖਾਂਗੇ? ਜਦੋਂ ਆਪਾਂ 5 ਦੇ ਵਿੱਚੋਂ 1 ਮਾਈਨਸ ਕਰੀਏ ਤਾਂ 4 ਲਿਖ ਸਕਦੇ ਹਾਂ 5 ਦੇ ਵਿੱਚੋਂ 1 ਮਾਈਨਸ ਕਰਕੇ। ਤਾਂ ਦੇਖੋ ਆਪਾਂ ਲਿਖਤਾ ਇੱਥੇ 5। ਹੁਣ 5 ਦੇ ਵਿੱਚੋਂ ਆਪਾਂ 1 ਮਾਈਨਸ ਕਰਨਾ ਹੈ ਤਾਂ 1 ਲਈ ਨਿਸ਼ਾਨ ਕਿਹੜਾ ਹੈ? I। ਤੇ ਹੁਣ ਦੇਖੋ ਆ ਰੂਲ ਨੰਬਰ 4 ਦੇ ਵਿੱਚ ਕੀ ਲਿਖਿਆ ਹੈ? ਘਟਾਉਣ ਲਈ, ਵਧਾਉਣ ਲਈ ਸੱਜੇ ਪਾਸੇ ਤੇ ਘਟਾਉਣ ਲਈ ਖੱਬੇ ਪਾਸੇ ਦੀ ਵਰਤੋਂ ਕਰਦੇ ਹਾਂ। ਤਾਂ ਆਪਾਂ ਜਿਹੜਾ ਤੁਹਾਡਾ ਖੱਬਾ ਪਾਸਾ ਹੈ, ਇੱਧਰ ਵਾਲਾ ਪਾਸਾ, ਉਧਰ ਆਪਾਂ I ਦੀ ਵਰਤੋਂ ਕਰਾਂਗੇ। ਤਾਂ 5 ਦੇ ਵਿੱਚੋਂ 1 ਘਟਾਓ ਕਰਤੀ ਤਾਂ ਕਿੰਨਾ ਆ ਗਿਆ? 4 ਆ ਗਿਆ। ਤਾਂ 4 ਨੂੰ ਆਪਾਂ ਇਸ ਤਰ੍ਹਾਂ ਲਿਖਾਂਗੇ। ਤਾਂ ਉਸ ਤੋਂ ਬਾਅਦ ਹੈ 5। 4 ਤੋਂ ਬਾਅਦ 5 ਤੋਂ ਬਾਅਦ ਦੇਖੋ 6। ਤਾਂ 6 ਕਿਵੇਂ ਲਿਖਾਂਗੇ? 5 + 1। 5 ਦਾ ਇਸਤੇਮਾਲ ਕਰਾਂਗੇ। ਜਿਹੜਾ 5 ਵਾਸਤੇ ਆਪਾਂ ਕੀ ਵਰਤਦੇ ਹਾਂ? V ਵਰਤਦੇ ਹਾਂ। ਤੇ 5 ਤੋਂ ਬਾਅਦ ਇੱਕ ਜੋੜਨਾ ਹੈ, ਜੋੜਨ ਲਈ ਸੱਜਾ ਪਾਸਾ। ਠੀਕ ਹੈ, ਆਪਾਂ ਰੂਲ ਪੜਿਆ ਹੈ, ਰੂਲ ਨੰਬਰ 4। ਤਾਂ ਇਸ ਦੇ ਵਿੱਚ ਆਪਾਂ ਇੱਕ I ਨੂੰ ਸ਼ਾਮਿਲ ਕਰ ਦਾਂਗੇ। 5 ਤੇ 1 6। ਉਸੇ ਤਰ੍ਹਾਂ ਹੀ 7 ਲਿਖਣਾ ਹੈ। 5 + 2। 5 + 2 ਆਪਾਂ ਇਸ ਤਰ੍ਹਾਂ ਲਿਖਦੇ ਹਾਂ। ਤੁਸੀਂ ਜਦੋਂ ਪਿੱਛੇ ਲਿਖਦੇ ਜਾਓਗੇ ਤੁਸੀਂ ਉਹਨਾਂ ਦਾ ਇਸਤੇਮਾਲ ਹੀ ਅੱਗੇ ਕਰਨਾ ਹੈ। ਉਸ ਤੋਂ ਬਾਅਦ ਦੇਖੋ 8 ਲਿਖਣਾ ਹੈ। 5 6 7 ਤੇ 8। ਉਸ ਤੋਂ ਬਾਅਦ ਦੇਖੋ 9 ਲਿਖਣ ਲੱਗਿਆ ਤੁਹਾਨੂੰ ਸਮੱਸਿਆ ਆਏਗੀ। ਕਿਵੇਂ ਆਏਗੀ? ਦੇਖੋ ਆ ਕਿੰਨਾ ਹੈ? 5 ਤੇ ਆਪਾਂ I ਨੂੰ ਫਿਰ ਕਿੰਨਾ ਲਿਖਣਾ ਪਏਗਾ? 4 ਵਾਰ ਨਹੀਂ ਲਿਖ ਸਕਦੇ। 5 ਤੇ 4 9 ਹੁੰਦਾ ਹੈ ਨਾ। ਤਾਂ I ਨੂੰ 4 ਵਾਰ ਆਪਾਂ ਨਹੀਂ ਲਿਖ ਸਕਦੇ ਕਿਉਂਕਿ ਆਪਣਾ ਜਿਹੜਾ ਪਹਿਲਾ ਨਿਯਮ ਹੈ ਉਹ ਕਹਿੰਦਾ ਕਿ ਆਪਾਂ ਲਗਾਤਾਰ ਕਿਸੇ ਵੀ ਚਿੰਨ੍ਹ ਨੂੰ 3 ਵਾਰ ਤੋਂ ਵੱਧ ਪ੍ਰਯੋਗ ਨਹੀਂ ਕਰ ਸਕਦੇ। ਇਸ ਲਈ ਆਪਾਂ ਨੂੰ ਜਿਹੜਾ ਹੈ ਸਭ ਤੋਂ ਪਹਿਲਾਂ ਕੀ ਲਿਖਣਾ ਪਏਗਾ? ਜਿਵੇਂ ਆਪਾਂ 5 ਲਿਖਿਆ ਸੀ ਉਵੇਂ ਸਭ ਤੋਂ ਪਹਿਲਾਂ ਆਪਾਂ ਨੂੰ 10 ਲਿਖਣਾ ਪਏਗਾ। 10 ਲਈ ਚਿੰਨ੍ਹ ਕਿਹੜਾ ਹੈ? 10 ਲਈ ਚਿੰਨ੍ਹ ਹੈ X। ਤਾਂ ਆਪਾਂ 10 ਲਿਖਤਾ। ਹੁਣ ਦੇਖੋ 10 ਦੇ ਵਿੱਚੋਂ ਜੇਕਰ ਆਪਾਂ 1 ਮਾਈਨਸ ਕਰੀਏ ਤਾਂ ਉਹ ਕੀ ਆ ਜਾਏਗਾ? 9 ਬਣ ਜਾਏਗਾ। ਤਾਂ ਮਾਈਨਸ ਕਰਨ ਲਈ ਖੱਬੇ ਪਾਸੇ ਆਪਾਂ 1 ਲਗਾ ਦਾਂਗੇ ਤਾਂ ਇਹ ਬਣ ਜਾਏਗਾ 9। ਉਸ ਤੋਂ ਬਾਅਦ ਦੇਖੋ 11 10 ਲਿਖਣਾ ਆ ਗਿਆ ਆਪਾਂ ਨੂੰ। 10 ਤੋਂ ਬਾਅਦ ਬਸ ਕੀ ਕਰਨਾ ਹੈ? ਦੇਖੋ ਇਹਨਾਂ ਨੂੰ ਹੀ ਐਡ ਕਰਨਾ ਹੈ। 10 ਤੋਂ ਬਾਅਦ 1 ਕਿਵੇਂ ਲਿਖਦੇ ਸੀ ਆਪਾਂ? ਆ ਦੇਖੋ 10 ਤੇ 1 11, 10 ਤੇ 2 12, ਆ 2 ਲਿਖਤਾ ਨਾਲ ਆ ਵਾਲਾ। ਠੀਕ ਹੈ, ਫਿਰ 10 ਤੇ 3 13, ਆ ਨਾਲ 3 ਲਿਖ, 10 ਤੇ 3 13। ਉਸ ਤੋਂ ਬਾਅਦ ਦੇਖੋ 10 ਤੇ ਆਪਾਂ 4 ਲਿਖਿਆ ਸੀ। 10 ਤੇ 4 14, 10 ਤੇ 4 14, ਆ 10 5 15, 10 6 ਕਿਸ ਤਰ੍ਹਾਂ ਲਿਖਿਆ ਸੀ ਆਪਾਂ? ਆ ਦੇਖੋ ਆ 6 ਲਿਖਿਆ ਸੀ। ਉਸ ਤੋਂ ਬਾਅਦ 10 7 17, ਤਾਂ ਆ 10 7 17 7 ਲਿਖਤਾ। 10 8 18, ਇਸ ਤਰ੍ਹਾਂ ਆਪਾਂ 18 ਲਿਖਤਾ। ਤੇ 10 9 19, ਆ 9 ਲਿਖਿਆ ਸੀ ਆਪਾਂ, 9 ਨਾਲ ਲਗਾਤਾ 10 ਦੇ। ਤੇ ਅੱਗੇ 10 ਤੇ 10 20। ਤਾਂ ਇਸ ਤਰੀਕੇ ਨਾਲ ਤੁਸੀਂ 21 22 23 24 25 ਅੱਗੇ ਦੀਆਂ ਸੰਖਿਆਵਾਂ ਬੜੀ ਆਸਾਨੀ ਨਾਲ ਲਿਖ ਸਕਦੇ ਹੋ। 39 ਤੱਕ ਤੁਸੀਂ ਬਿਲਕੁਲ ਆਸਾਨੀ ਨਾਲ ਸੰਖਿਆਵਾਂ ਨੂੰ ਲਿਖ ਸਕਦੇ ਹੋ। ਦੇਖੋ ਆਪਾਂ 39 ਲਿਖਦੇ ਹਾਂ। 39 ਕਿਵੇਂ ਲਿਖਿਆ ਜਾਊਗਾ? ਸਭ ਤੋਂ ਪਹਿਲਾਂ ਦੇਖੋ 30 9 39 ਹੈ। 30 ਕਿਵੇਂ ਲਿਖਾਂਗੇ? 10 ਤੇ 10 20
ਤੇ 10 30 30 ਲਿਖਤਾ ਆਪਾਂ। 30 ਤੋਂ ਬਾਅਦ ਦੇਖੋ 9 ਲਿਖਣਾ ਆਪਾਂ, ਤਾਂ 9 ਆਪਣੇ ਕੋਲੇ ਕਿੱਥੇ ਹੈ, ਆ ਰਿਹਾ 9 9 ਲਿਖਣਾ ਆਪਾਂ ਸਿੱਖ ਚੁੱਕੇ ਹਾਂ। ਤਾਂ ਆਪਾਂ ਇਸ ਦੇ ਨਾਲ 9 ਲਗਾ ਦੇਾਂਗੇ, ਤਾਂ ਇਹ ਬਣ ਗਿਆ 30 9 39। ਤਾਂ 30 9 39 ਤੋਂ ਬਾਅਦ ਜਿਹੜੀ ਸੰਖਿਆ ਹੈ ਉਹ ਆ ਗਈ 40। ਤਾਂ ਮੈਂ ਇੱਕ ਇੱਥੇ ਬਾਕਸ ਬਣਾਇਆ ਸੀ, ਇਸ ਬਾਕਸ ਦੀ ਆਪਾਂ ਹੁਣ ਗੱਲ ਕਰਾਂਗੇ। 40 40 ਤੋਂ ਬਾਅਦ ਕੀ ਲਿਖਿਆ ਹੈ 90 90 ਤੋਂ ਬਾਅਦ ਕੀ ਲਿਖਿਆ ਹੈ 400 400 ਤੋਂ ਬਾਅਦ 900। ਇਸ ਬਾਕਸ ਦੇ ਵਿੱਚ 4 ਸੰਖਿਆਵਾਂ ਲਿਖੀਆਂ ਹਨ। ਇਹਨਾਂ 4 ਸੰਖਿਆਵਾਂ ਤੇ ਜਾ ਕੇ ਤੁਹਾਨੂੰ ਥੋੜੀ ਜਿਹੀ ਦਿੱਕਤ ਦਾ ਸਾਹਮਣਾ ਕਰਨਾ ਪਏਗਾ। ਆਪਾਂ ਇੱਥੇ ਹੀ ਸਿੱਖਣਾ ਹੈ ਕਿ ਸੰਖਿਆ ਨੂੰ ਕਿਵੇਂ ਲਿਖਣਾ ਹੈ। ਤਾਂ ਦੇਖੋ 40 ਤੇ ਆ ਕੇ ਤੁਹਾਨੂੰ ਥੋੜੀ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ। ਉਹ ਕਿਵੇਂ, ਜਿਵੇਂ ਹੀ ਆਪਾਂ 40 ਆਇਆ ਆਪਣੇ ਕੋਲੇ, ਤਾਂ ਆਪਾਂ ਦੇਖੋ 10 10 10 10, ਤਾਂ ਐਸ ਐਕਸ ਦੀ ਜਿਹੜੀ ਵਰਤੋਂ ਹੈ ਉਹ ਆਪਾਂ 4 ਵਾਰੀ ਨਹੀਂ ਕਰ ਸਕਦੇ। ਆਪਾਂ ਆਪਣਾ ਜਿਹੜਾ ਪਹਿਲਾ ਰੂਲ ਕੀ ਕਹਿੰਦਾ ਹੈ, ਆਪਾਂ 3 ਤੋਂ ਵੱਧ ਵਾਰ ਕਿਸੇ ਵੀ ਚਿੰਨ੍ਹ ਨੂੰ ਵਰਤ ਨਹੀਂ ਸਕਦੇ ਲਗਾਤਾਰ। ਦੇਖੋ ਇੱਥੇ 4 ਵਾਰ ਵਰਤਿਆ ਆਪਾਂ ਚਿੰਨ੍ਹ ਨੂੰ, ਐਕਸ ਨੂੰ 4 ਵਾਰ ਵਰਤਿਆ ਹੈ, ਪਰ ਇਸ ਦੇ ਵਿਚਕਾਰ ਕੀ ਸੀ ਆਈ। ਤਾਂ ਆਪਾਂ ਲਗਾਤਾਰ ਨਹੀਂ ਵਰਤ ਸਕਦੇ 4 ਵਾਰ, ਲਗਾਤਾਰ ਸਿਰਫ 3 ਵਾਰ ਵਰਤ ਸਕਦੇ ਹਾਂ। ਤਾਂ ਇਸ ਲਈ ਆਪਾਂ ਹੁਣ ਐਕਸ ਦੀ ਵਰਤੋਂ 40 ਲਿਖਣ ਲਈ ਨਹੀਂ ਕਰ ਸਕਦੇ। ਐਕਸ ਨਾਲ ਆਪਾਂ 40 ਨਹੀਂ ਲਿਖ ਸਕਦੇ, ਇਸ ਲਈ ਆਪਾਂ ਐਕਸ ਤੋਂ ਅਗਲੇ ਚਿੰਨ੍ਹ ਤੇ ਜਾਵਾਂਗੇ। ਅਗਲਾ ਚਿੰਨ੍ਹ ਕਿਹੜਾ ਹੈ, ਐਲ। ਤਾਂ 40 ਲਿਖਣ ਤੋਂ ਪਹਿਲਾਂ ਆਪਾਂ ਨੂੰ ਕੀ ਲਿਖਣਾ ਪਏਗਾ, 50 ਲਿਖਣਾ ਪਏਗਾ। ਜਿਵੇਂ ਦੇਖੋ ਤੁਸੀਂ 9 ਲਿਖਣ ਤੋਂ ਪਹਿਲਾਂ ਤੁਸੀਂ ਪਹਿਲਾਂ ਕੀ ਲਿਖਿਆ ਸੀ 10, ਤੇ 10 ਦੇ ਵਿੱਚੋਂ ਤੁਸੀਂ 1 ਘਟਾਤਾ ਸੀ। ਉਸੇ ਤਰ੍ਹਾਂ ਹੀ ਤੁਸੀਂ 50 ਲਿਖੋਗੇ ਤੇ 50 ਦੇ ਵਿੱਚੋਂ ਕਿੰਨੇ ਘਟਾ ਕੇ 40 ਆਉਂਦਾ ਹੈ, 10 ਘਟਾ ਕੇ। ਤਾਂ 50 ਦੇ ਵਿੱਚੋਂ ਆਪਾਂ ਆ 10 ਜਿਹੜਾ ਐਕਸ ਹੈ ਇਹ ਘਟਾ ਦੇਾਂਗੇ, ਤਾਂ ਆਪਣੇ ਕੋਲੇ ਇਹ ਲਿਖਿਆ ਆ ਗਿਆ 40। 40 ਤੋਂ ਬਾਅਦ ਫਿਰ ਤਾਂ ਆਸਾਨੀ ਨਾਲ ਤੁਸੀਂ ਅਗਲੀਆਂ ਸੰਖਿਆਵਾਂ ਲਿਖ ਸਕਦੇ ਹੋ। ਦੇਖੋ 40 ਤੋਂ ਬਾਅਦ 41 ਲਿਖਣਾ ਹੈ। ਪਹਿਲਾਂ ਤੁਸੀਂ ਕੀ ਲਿਖੋਗੇ 40, ਤੇ ਉਸ ਤੋਂ ਬਾਅਦ 1 41, ਉਸ ਤੋਂ ਬਾਅਦ 40 2 42, ਇਸ ਤਰ੍ਹਾਂ ਕਰਕੇ ਤੁਸੀਂ ਲਾਸਟ ਤੇ ਕੀ ਲਿਖ ਦੋਗੇ, ਆ ਐਲ ਨਾਲ ਕੀ ਬਣ ਜਾਊਗਾ 50 ਬਣ ਜਾਊਗਾ। ਤਾਂ ਤੁਹਾਨੂੰ ਜਿਹੜਾ ਹੈ ਉਹ 50 ਤੱਕ ਦੀਆਂ ਸੰਖਿਆਵਾਂ ਤੁਸੀਂ ਜਿਹੜੀਆਂ ਹੈ ਉਹ ਹੁਣ ਇੱਥੇ ਸਿੱਖ ਚੁੱਕੇ ਹੋ। 50 ਤੋਂ ਅਗਲੀਆਂ ਸੰਖਿਆਵਾਂ ਜਿਹੜੀਆਂ ਹੈ ਉਹ ਤੁਸੀਂ ਬੜੀ ਆਸਾਨੀ ਨਾਲ 90 ਤੱਕ, ਦੇਖੋ 90 ਤੱਕ ਤੁਸੀਂ ਬੜੀ ਆਸਾਨੀ ਨਾਲ ਇਹਨਾਂ ਨੂੰ ਲਿਖ ਸਕਦੇ ਹੋ। ਜਿਵੇਂ ਕਿ 90 ਤੇ ਜਾ ਕੇ ਤੁਹਾਨੂੰ ਇਸ ਚੀਜ਼ ਦੀ ਸਮੱਸਿਆ ਆਏਗੀ। ਦੇਖੋ ਮੈਂ 90 ਤੋਂ ਪਿਛਲਾ ਅੰਕ ਲਿਖਦਾ ਹਾਂ, ਪਿਛਲੀ ਸੰਖਿਆ ਲਿਖਦਾ ਹਾਂ। 90 ਤੋਂ ਪਿਛਲੀ ਸੰਖਿਆ ਕਿਹੜੀ ਹੈ 99, 80 9 99। ਤਾਂ 80 9 99 ਕਿਵੇਂ ਲਿਖਾਂਗੇ, ਤਾਂ ਆਪਾਂ ਦੇਖੋ 99 ਜਿਹੜਾ ਹੈ ਉਹ 50 ਤੋਂ ਵੱਡਾ ਹੈ ਤੇ 100 ਤੋਂ ਛੋਟਾ ਹੈ। ਇਹਦਾ ਮਤਲਬ ਇਹਨਾਂ ਦੇ ਵਿਚਕਾਰ ਹੈ। ਤਾਂ ਆਪਾਂ ਇਸ ਦੇ ਵਿੱਚ ਐਲ ਦਾ ਪ੍ਰਯੋਗ ਕਰਾਂਗੇ। ਐਲ ਕਿੰਨਾ ਹੈ 50। ਤਾਂ ਜੇਕਰ ਆਪਾਂ ਇਸ ਤੇ ਜੇ ਆਪਾਂ ਤੋੜੀਏ, ਵਿਸਤ੍ਰਿਤ ਰੂਪ ਚ ਲਿਖੀਏ ਇਸ ਨੂੰ, ਤਾਂ ਆਪਾਂ ਇਸ ਤਰ੍ਹਾਂ ਇਹਨਾਂ ਚਿੰਨ੍ਹਾਂ ਦੇ ਹਿਸਾਬ ਨਾਲ ਆਪਾਂ ਇਸ ਜਿਹੜੀ ਸੰਖਿਆ ਨੂੰ ਹੈ ਵਿਸਤ੍ਰਿਤ ਰੂਪ ਚ ਲਿਖਦੇ ਹਾਂ, ਤੋੜਦੇ ਹਾਂ। 50 ਤੇ 30 80 80 ਤੇ 9 99। ਤਾਂ ਦੇਖੋ 50 ਵਾਸਤੇ ਆਪਣੇ ਕੋਲੇ ਇੱਕ ਐਲ ਹੈ। ਮੈਂ ਇਸ ਨੂੰ ਇਸੇ ਤਰ੍ਹਾਂ ਹੀ ਕਿਉਂ ਤੋੜਿਆ, ਕਿਉਂਕਿ ਮੇਰੇ ਕੋਲੇ 50 ਦਾ ਚਿੰਨ੍ਹ ਹੈ, ਇਸ ਲਈ ਮੈਂ ਇਸ ਨੂੰ 50 + 30 ਲਿਖਿਆ ਹੈ। ਤੇ 30 ਆਪਾਂ ਕਿਵੇਂ ਲਿਖਦੇ ਹਾਂ, 30 ਆਪਾਂ ਨੂੰ ਲਿਖਣਾ ਆਉਂਦਾ ਹੈ 3 ਵਾਰ ਆਪਾਂ ਐਕਸ ਲਿਖ ਦਾਂਗੇ। 50 60 70 80, ਅੱਗੋਂ 9 ਵੀ ਆਪਾਂ ਲਿਖਣਾ ਸਿੱਖ ਚੁੱਕੇ ਹਾਂ। ਤਾਂ 9 ਕਿਵੇਂ ਲਿਖਾਂਗੇ, ਆਈ ਐਕਸ। ਤਾਂ ਇਹ 9, ਤਾਂ ਇਹ ਹੋ ਗਿਆ 80 9 99। ਹੁਣ ਆਪਾਂ ਲਿਖਣਾ ਹੈ 90। ਤਾਂ 90 ਤੇ ਤੁਹਾਨੂੰ ਦੱਸਿਆ ਸੀ ਮੈਂ, 90 ਤੇ ਤੁਹਾਨੂੰ ਸਮੱਸਿਆ ਆਊਗੀ। ਤਾਂ 90 ਤੇ ਆਪਾਂ ਨੂੰ ਕਿੱਥੇ ਜਾਣਾ ਪਏਗਾ, ਅਗਲੇ ਅੰਕ ਤੇ ਜਾਣਾ ਪਏਗਾ। ਕਿਉਂਕਿ ਤੁਸੀਂ ਦੇਖੋ 90 ਲਿਖਣ ਲਈ 50 60 70 80 ਤੇ ਆਪਾਂ 90 ਐਕਸ ਨੂੰ 4 ਵਾਰ ਇਸਤੇਮਾਲ ਨਹੀਂ ਕਰ ਸਕਦੇ। ਇਸ ਲਈ ਆਪਾਂ ਨੂੰ ਅਗਲੇ ਅੰਕ ਤੇ ਜਾਣਾ ਪਏਗਾ। ਅਗਲਾ ਅੰਕ ਕਿਹੜਾ ਹੈ, ਸੀ 100। ਤਾਂ ਪਹਿਲਾਂ ਆਪਾਂ ਨੂੰ ਕੀ ਲਿਖਣਾ ਪਊਗਾ, 100 ਲਿਖਣਾ ਪਊਗਾ। ਤਾਂ ਜੇਕਰ ਆਪਾਂ 100 ਲਿਖ ਦਿੰਦੇ ਹਾਂ, ਸੀ ਦਾ ਮਤਲਬ ਕੀ ਹੈ 100। ਤਾਂ 100 ਦੇ ਵਿੱਚੋਂ ਆਪਾਂ ਕਿੰਨੇ ਘਟਾਈਏ ਕਿ 90 ਬਣ ਜੇ, ਤਾਂ 100 ਚੋਂ ਆਪਾਂ 10 ਘਟਾ ਦਾਂਗੇ। ਠੀਕ ਹੈ, ਤਾਂ 10 ਘਟਾਉਣ ਵਾਸਤੇ ਆਪਾਂ ਕਿੱਧਰ ਲਾਵਾਂਗੇ, ਖੱਬੇ ਪਾਸੇ ਆਪਾਂ 10 ਲਗਾ ਦਾਂਗੇ। ਠੀਕ ਹੈ ਜੀ, ਤਾਂ ਇਹ ਕਿੰਨਾ ਬਣ ਗਿਆ, ਇਹ ਬਣ ਗਿਆ 90। 100 ਦੇ ਵਿੱਚੋਂ 10 ਗਏ 90। ਤਾਂ ਇਸ ਤਰੀਕੇ ਨਾਲ ਤੁਸੀਂ 90 ਲਿਖਤਾ। 90 ਤੋਂ ਬਾਅਦ ਫਿਰ ਆ ਦੇਖੋ ਸੀ 90 ਲਿਖਤਾ। 90 ਤੋਂ ਬਾਅਦ 91 ਲਿਖੋਗੇ, ਤਾਂ ਆ 91 ਹੋ ਗਿਆ। ਫਿਰ ਕੀ ਲਿਖੋਗੇ, ਆ 92 93 94 95 96 97। ਆਪਾਂ ਚਲੋ ਇੱਕ ਹੋਰ ਵੱਡੀ ਸੰਖਿਆ ਲੈਂਦੇ ਹਾਂ। ਜਦੋਂ ਤੁਸੀਂ 400 ਤੱਕ ਪਹੁੰਚੋਗੇ ਨਾ, 400 ਤੱਕ ਪਹੁੰਚਣ ਲੱਗਿਆ ਤੁਹਾਨੂੰ ਕੋਈ ਸਮੱਸਿਆ ਨਹੀਂ ਆਊਗੀ। 400 ਤੱਕ ਬੜੀ ਆਸਾਨੀ ਨਾਲ ਪਹੁੰਚ ਜਾਓਗੇ ਤੁਸੀਂ। ਦੇਖੋ ਆਪਾਂ ਵਿੱਚ ਦੀ ਇੱਕ ਸੰਖਿਆ ਲੈਂਦੇ ਹਾਂ। ਮੰਨ ਲਓ ਮੈਂ ਲਿਖਤਾ 282। ਤਾਂ 282 ਨੂੰ ਕਿਵੇਂ ਲਿਖੋਗੇ, ਤਾਂ ਦੇਖੋ ਇਹਦੇ ਪਹਿਲਾਂ ਆਪਾਂ ਇਹਨੂੰ ਵਿਸਤ੍ਰਿਤ ਰੂਪ ਚ ਲਿਖ ਲੈਂਦੇ ਹਾਂ, ਟੋਟੇ ਬਣਾ ਲੈਂਦੇ ਹਾਂ। 200 + 80 + 282। ਤਾਂ ਦੇਖੋ 200 ਨੂੰ ਕਿਵੇਂ ਲਿਖਾਂਗੇ, 100 ਤੇ 100 ਕਿੰਨਾ ਹੋ ਗਿਆ 200, ਸੀ ਤੇ ਸੀ। ਠੀਕ ਹੈ, ਸੀ ਦਾ 100 100 200। ਉਸ ਤੋਂ ਬਾਅਦ 80 ਕਿਵੇਂ ਲਿਖਾਂਗੇ ਆਪਾਂ, 50 ਤੇ 30 80। 50 ਵਾਸਤੇ ਕੀ ਇਸਤੇਮਾਲ ਕਰਾਂਗੇ, ਐਲ, ਹੈ ਨਾ। 80 ਨੂੰ ਆਪਾਂ ਇੱਥੇ ਛੋਟਾ ਹੋ ਕਰਕੇ ਹੋਰ ਆਪਾਂ ਤੋੜ ਲਈਏ, 50 + 30। ਤਾਂ 50 ਵਾਸਤੇ ਕੀ ਲਿਖਾਂਗੇ, ਐਲ, ਤੇ 30 ਵਾਸਤੇ ਕੀ ਲਿਖਾਂਗੇ, ਐਕਸ ਐਕਸ ਐਕਸ।
ਤਾਂ 50 ਦੇਖੋ 100 ਤੇ 100 200 250 260 270 280 ਤੇ 2 ਅੱਗੇ ਲਿਖਣਾ ਹੈ ਨਾ। 2 ਕਿਵੇਂ ਲਿਖਦੇ ਆ ਆਪਾਂ, ਤਾਂ ਇਸ ਤਰ੍ਹਾਂ ਕਰਕੇ 2 ਲਿਖਤਾ ਆਪਾਂ। ਤਾਂ ਇਹ ਲਿਖਤੀ 282 ਸੰਖਿਆ ਲਿਖਤੀ ਆਪਾਂ। ਤਾਂ ਇਸ ਤਰੀਕੇ ਨਾਲ ਤੁਹਾਨੂੰ ਤੁਸੀਂ 400 ਤੱਕ ਬੜੀ ਆਸਾਨੀ ਨਾਲ ਪਹੁੰਚ ਜਾਓਗੇ। ਜਦੋਂ ਤੁਸੀਂ 400 ਲਿਖੋਗੇ ਤਾਂ ਤੁਹਾਨੂੰ ਅਗਲੇ ਚਿੰਨ੍ਹ ਤੇ ਜਾਣਾ ਪਏਗਾ। ਚਲੋ ਮੈਂ 400 ਤੋਂ ਪਹਿਲਾਂ ਦੀ ਇੱਕ ਸੰਖਿਆ ਲੈਣਾ, ਦੇਖੋ 399। ਤਾਂ 399 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਤਾਂ ਇਸ ਨੂੰ ਆਪਾਂ ਤੋੜਦੇ ਹਾਂ 300 + 90 + 9, ਵਿਸਤ੍ਰਿਤ ਰੂਪ ਲਿਖ ਲਿਆ ਆਪਾਂ ਇਹਦਾ, ਹੈ ਨਾ। ਤਾਂ 300 ਨੂੰ ਕਿਵੇਂ ਲਿਖਾਂਗੇ, C 100 100 100 300 ਹੋ ਗਿਆ। ਉਸ ਤੋਂ ਬਾਅਦ ਆਪਾਂ ਲਿਖਣਾ 90 ਕਿਵੇਂ ਲਿਖਾਂਗੇ, 90 ਲਿਖਣਾ ਵੀ ਆਪਾਂ ਸਿੱਖਿਆ ਸੀ। C 100 ਲਿਖ ਕੇ ਉਹਦੇ ਵਿੱਚੋਂ 10 ਘਟਾ ਦਾਂਗੇ, ਠੀਕ ਹੈ। ਤਾਂ ਇਹ ਲਿਖਿਆ ਗਿਆ 90। ਤਾਂ ਉਸ ਤੋਂ ਬਾਅਦ 9 ਕਿਵੇਂ ਲਿਖਿਆ ਸੀ, ਆਪਾਂ 10 ਲਿਖਾਂਗੇ ਤੇ ਉਹਦੇ ਵਿੱਚੋਂ 1 ਘਟਾ ਦਾਂਗੇ, ਇਹ ਆ 9 ਲਿਖਤਾ। ਤਾਂ ਆ ਦੇਖੋ ਆ ਬਣ ਗਿਆ 300 ਤੇ ਆ ਬਣ ਗਿਆ 90 ਤੇ ਆ ਬਣ ਗਿਆ 9, 300 90 9 99। ਤਾਂ ਇਸ ਤਰੀਕੇ ਨਾਲ 399 ਆਪਾਂ ਲਿਖਤਾ। ਉਸ ਤੋਂ ਬਾਅਦ ਗੱਲ ਕਰੀਏ ਆਪਾਂ 400 ਦੀ। ਤਾਂ 400 ਲਿਖਣ ਲੱਗਿਆ ਆਪਾਂ C 4 ਵਾਰੀ ਤਾਂ ਨਹੀਂ ਲਿਖ ਸਕਦੇ, ਕਿਉਂਕਿ ਕੋਈ ਕਿਸੇ ਵੀ ਅੰਕ ਨੂੰ ਆਪਾਂ 4 ਵਾਰ ਇਸਤੇਮਾਲ ਨਹੀਂ ਕਰ ਸਕਦੇ। ਇਸ ਲਈ ਆਪਾਂ ਨੂੰ C ਤੋਂ ਅਗਲੇ ਅੰਕ ਤੇ ਅਗਲੇ ਚਿੰਨ੍ਹ ਤੇ ਜਾਣਾ ਪਏਗਾ। C ਤੋਂ ਅਗਲਾ ਚਿੰਨ੍ਹ ਕਿਹੜਾ ਹੈ, D, ਜਿਹਦੀ ਕੀਮਤ ਕਿੰਨੀ ਹੈ 500। D ਦੀ ਕੀਮਤ ਕਿੰਨੀ ਹੈ 500 ਹੈ। ਤਾਂ ਆਪਾਂ ਲਿਖਣਾ ਤਾਂ 400 ਹੈ, ਤਾਂ 500 ਕਿਵੇਂ ਲਿਖਿਆ ਆਪਣੇ ਕੋਲੇ 500 ਹੈ। ਤਾਂ 400 500 ਨੂੰ ਕਿਵੇਂ 400 ਬਣਾਵਾਂਗੇ, ਤਾਂ D ਦੇ ਵਿੱਚੋਂ ਕੀ ਘਟਾ ਦਾਂਗੇ, 100 ਘਟਾ ਦਿਆਂਗੇ, ਮਤਲਬ 500 ਦੇ ਵਿੱਚੋਂ 100 ਘਟਾ ਦਿਆਂਗੇ, ਉਹ ਰਹਿ ਜਾਊਗਾ 400। ਤਾਂ ਇਸ ਤਰੀਕੇ ਨਾਲ CD ਕਿੰਨਾ ਬਣਦਾ ਹੈ, 400 ਬਣਦਾ ਹੈ। ਉਸ ਤੋਂ ਬਾਅਦ 401 402 401 ਲਗਾ ਦੋਗੇ 1 ਬਣ ਜਾਊਗਾ, 402 400 ਦੇ ਅੱਗੇ 2 ਲਗਾ ਦਿਓਗੇ ਤਾਂ 402 ਬਣ ਜਾਏਗਾ। ਇਸੇ ਤਰੀਕੇ ਨਾਲ ਤੁਸੀਂ ਜਿਹੜੀਆਂ ਇਸ ਸੰਖਿਆਵਾਂ ਨੂੰ ਅੱਗੇ 900 ਤੱਕ ਬੜੀ ਆਸਾਨੀ ਨਾਲ ਤੋਰ ਲਓਗੇ। ਬਹੁਤ ਵਧੀਆ ਤਰੀਕੇ ਨਾਲ 900 ਤੱਕ ਤੁਸੀਂ ਸੰਖਿਆਵਾਂ ਲਿਖ ਸਕਦੇ ਹੋ। ਚਲੋ ਆਪਾਂ ਇੱਕ ਵਿੱਚ ਦੀ ਸੰਖਿਆ ਲਿਖਦੇ ਹਾਂ, ਕੋਈ ਵੀ ਸੰਖਿਆ। ਦੇਖੋ ਮੈਂ ਲਿਖ ਦਿੰਦਾ ਹਾਂ 800 ਜਾਂ 757 ਲਿਖਦਾ ਹਾਂ, ਠੀਕ ਹੈ ਜੀ। ਤਾਂ 757 ਆਪਾਂ ਕਿਵੇਂ ਲਿਖਾਂਗੇ, 757 ਨੂੰ ਤੋੜ ਲਓ ਪਹਿਲਾਂ, ਠੀਕ ਹੈ। ਪਹਿਲਾਂ ਕਿਵੇਂ ਤੋੜਾਂਗੇ ਆਪਾਂ 700, ਠੀਕ ਹੈ। ਆਪਣੇ ਕੋਲੇ 500 ਦਾ ਚਿੰਨ੍ਹ ਹੈ ਨਾ, ਤਾਂ 700 ਨੂੰ ਕੀ ਲਿਖਾਂਗੇ ਆਪਾਂ 500 + 200, ਫਿਰ 50 7 57। ਤਾਂ ਇਸ ਤਰੀਕੇ ਨਾਲ ਆਪਾਂ ਇਸ ਨੂੰ ਤੋੜ ਲੈਂਦੇ ਹਾਂ। ਤਾਂ 500 ਆਪਣੇ ਕੋਲੇ ਲਿਖਤਾ ਆਪਾਂ D। ਉਸ ਤੋਂ ਬਾਅਦ ਦੇਖੋ 200 ਲਿਖਣਾ ਹੈ ਆਪਾਂ, 200 ਕਿਵੇਂ ਲਿਖਾਂਗੇ, 100 ਤੇ 100 200 ਹੋ ਗਿਆ। ਉਸ ਤੋਂ ਬਾਅਦ 50 ਲਿਖਣਾ ਹੈ, 50 ਦਾ ਕੀ ਹੈ L, ਤੇ 7 ਕਿਵੇਂ ਲਿਖਦੇ ਹਾਂ 5 6 ਤੇ 7। ਤਾਂ ਆ ਲਿਖਿਆ ਗਿਆ 757। ਐਸੇ ਤਰੀਕੇ ਨਾਲ ਆਪਾਂ 900 ਤੱਕ ਪਹੁੰਚ ਜਾਾਂਗੇ। 900 ਤੋਂ ਪਿਛਲਾ ਜਿਹੜਾ ਅੰਕ ਹੈ ਜਾਂ ਸੰਖਿਆ ਹੈ ਉਹ ਮੈਂ ਲਿਖਾਂ ਕਿੰਨੀ, 900 ਤੋਂ ਪਿਛਲੀ ਸੰਖਿਆ ਕਿਹੜੀ ਹੈ 899। 899। ਤਾਂ 899 ਨੂੰ ਦੇਖੋ ਪਹਿਲਾਂ ਵਿਸਤ੍ਰਿਤ ਰੂਪ ਚ ਲਿਖੋ। 899 ਨੂੰ ਕਿਵੇਂ, ਆਪਣੇ ਕੋਲੇ 500 ਦਾ ਅੰਕ ਹੈ ਤਾਂ ਆਪਾਂ ਪਹਿਲਾਂ ਕੀ ਲਿਖਾਂਗੇ 500 ਤੇ 300 ਹੋਰ ਪਾ ਦਿਆਂਗੇ ਵਿੱਚ। 500 ਤੇ 300 ਕਿੰਨੇ ਬਣ ਗਏ 800। 800 ਆਪਾਂ 99 ਲਿਖਣਾ ਨਾ, 99 ਨੂੰ ਲਿਖ ਲਓ 90 9 99। ਤਾਂ 500 ਦਾ ਕੀ ਲਿਖਾਂਗੇ D, 300 ਦਾ ਕੀ ਲਿਖਾਂਗੇ C। ਇਹ 300 ਬਣ ਗਿਆ, 500 ਤੇ 300 800 ਹੋ ਗਿਆ। 800 ਤੇ ਅੱਗੇ ਕੀ ਲਿਖਿਆ 90 ਕਿਵੇਂ ਲਿਖਦੇ ਹੋ ਤੁਸੀਂ, C ਲਿਖਦੇ ਹੋ ਤੇ ਵਿੱਚੋਂ 10 ਦੀ ਘਟਾਓ ਕਰ ਦਿੰਦੇ ਹੋ, ਤਾਂ ਇਹ ਬਣ ਗਿਆ 90। ਉਸ ਤੋਂ ਬਾਅਦ 9 ਕਿਵੇਂ ਲਿਖਦੇ ਹੋ, 10 ਲਿਖ ਕੇ ਵਿੱਚੋਂ 1 ਘਟਾ ਦਿੰਦੇ ਹੋ, ਤਾਂ ਇਹ ਬਣ ਗਿਆ 899। ਜਦੋਂ ਵੀ ਜਿਵੇਂ ਹੀ ਤੁਸੀਂ 900 ਲਿਖਣ ਦੀ ਕੋਸ਼ਿਸ਼ ਕਰੋਗੇ ਇਸ ਤਰ੍ਹਾਂ D C ਯਾਨੀ ਕਿ 500 600 700 800 900, ਤਾਂ ਤੁਹਾਨੂੰ C ਜਿਹੜਾ ਉਹ 4 ਵਾਰ ਲਿਖਣਾ ਪਏਗਾ। ਤਾਂ 4 ਵਾਰ ਆਪਾਂ C ਲਿਖ ਨਹੀਂ ਸਕਦੇ, ਕਿਸੇ ਵੀ ਅੰਕ ਨੂੰ 4 ਵਾਰ ਨਹੀਂ ਲਿਖ ਸਕਦੇ, 3 ਵਾਰ ਲਗਾਤਾਰ ਲਿਖ ਸਕਦੇ ਹਾਂ। ਤਾਂ ਹੁਣ ਦੇਖੋ ਜਦੋਂ ਤੁਸੀਂ 900 ਲਿਖਣਾ ਹੈ ਤਾਂ 900 ਲਿਖਣ ਲਈ ਤੁਹਾਨੂੰ ਜਿਹੜਾ ਹੈ ਉਹ ਕਿਹੜੇ ਅੰਕ ਤੇ ਜਾਣਾ ਪਏਗਾ, ਤੁਹਾਨੂੰ 1000 ਵਾਲੇ ਅੰਕ ਤੇ ਜਾਣਾ ਪਏਗਾ, M ਤੇ ਜਾਣਾ ਪਏਗਾ। ਪਹਿਲਾਂ ਤੁਹਾਨੂੰ M ਲਿਖਣਾ ਪਏਗਾ। M ਦੀ ਕੀਮਤ ਕਿੰਨੀ ਹੈ, ਲਿਖਣਾ ਹੈ ਆਪਾਂ 900, ਠੀਕ ਹੈ। ਤਾਂ ਆਪਾਂ ਕੀ ਲਿਖਣਾ ਪਏਗਾ, ਆਪਾਂ ਨੂੰ 1000 ਲਿਖਣਾ ਪਏਗਾ। M ਦੀ ਕੀਮਤ ਕਿੰਨੀ ਹੈ 1000। ਤਾਂ 1000 ਦੇ ਵਿੱਚੋਂ ਕਿੰਨੇ ਮਾਈਨਸ ਕਰਾਂਗੇ, 1000 ਦੇ ਵਿੱਚੋਂ ਆਪਾਂ ਮਾਈਨਸ ਕਰਾਂਗੇ 100 ਦਾ ਕੀ ਹੈ C। ਤੇ ਇੱਕ ਗੱਲ ਇੱਥੇ ਹੋਰ ਨੋਟ ਕਰੋ ਤੁਸੀਂ, ਜਦੋਂ ਵੀ ਆਪਾਂ ਮਾਈਨਸ ਕਰਨ ਵਾਲਾ ਅੰਕ ਦੇਖਣਾ ਹੈ ਤਾਂ ਮਾਈਨਸ ਕਰਨ ਲਈ ਸਿਰਫ ਤੇ ਸਿਰਫ ਆਪਦਾ ਪੜੋਸੀ ਅੰਕ ਹੀ ਦੇਖਣਾ ਹੈ, ਦੂਸਰੇ ਅੰਕ ਨੂੰ ਨਹੀਂ ਦੇਖਣਾ। ਦੇਖੋ ਘਟਾਉਣ ਲਈ ਮੈਂ ਤੁਹਾਨੂੰ ਕਿਹਾ ਸੀ I X ਤੇ C ਦੀ ਵਰਤੋਂ ਕਰ ਸਕਦੇ ਹਾਂ। ਤਾਂ ਤੁਸੀਂ ਜੇਕਰ ਕਹੋ ਕਿ ਦੇਖੋ ਆ ਕਿੰਨਾ ਹੈ 1000 ਦੇ ਵਿੱਚੋਂ ਮੈਂ 1 ਘਟਾ ਦਿਆਂ ਤਾਂ ਇਹ ਕਿੰਨਾ ਹੈ 999, ਤਾਂ ਇਹ 999 ਤੁਹਾਡਾ ਗਲਤ ਹੋਏਗਾ। ਦੇਖੋ ਘਟਾਉਣ ਲਈ ਤੁਸੀਂ ਕੀ ਕਰੋਗੇ, ਕਿਸੇ ਵੀ ਅੰਕ ਦੇ ਵਿੱਚੋਂ ਜਦੋਂ ਆਪਾਂ ਘਟਾਉਣਾ ਹੈ ਤਾਂ ਕੇਵਲ ਉਸ ਦੇ
ਪੜੋਸੀ ਉਸ ਦੇ ਪੜੋਸੀ ਨੂੰ ਹੀ ਘਟਾ ਸਕਦੇ ਹੋ। ਜਿਵੇਂ ਦੇਖੋ m ਦਾ ਪੜੋਸੀ ਕੌਣ ਹੈ, ਦੇਖੋ ਹੈ ਤਾਂ d, ਪਰ d ਨੂੰ ਆਪਾਂ ਘਟਾਉਣ ਲਈ ਨਹੀਂ ਵਰਤ ਸਕਦੇ, ਤਾਂ m ਦੇ ਵਿੱਚੋਂ ਜਦੋਂ ਵੀ ਘਟਾਓਗੇ ਤਾਂ c ਦੀ ਵਰਤੋਂ ਕਰੋਗੇ, c ਦੇ ਵਿੱਚੋਂ ਜਦੋਂ ਵੀ ਘਟਾਓਗੇ ਤਾਂ x ਦੀ ਵਰਤੋਂ ਕਰੋਗੇ, ਤੇ x ਦੇ ਵਿੱਚੋਂ ਜਦੋਂ ਘਟਾਓਗੇ ਤਾਂ ਤੁਸੀਂ ਕਿਹਦੀ ਵਰਤੋਂ ਕਰੋਗੇ, i ਦੀ ਵਰਤੋਂ ਕਰੋਗੇ। ਉਵੇਂ v ਦੇ ਵਿੱਚੋਂ ਵੀ ਤੁਸੀਂ ਘਟਾਇਆ ਸੀ ਤਾਂ i ਦੀ ਵਰਤੋਂ ਕੀਤੀ ਸੀ, ਤਾਂ ਆਪਾਂ ਨਾਲ ਵਾਲੇ ਪੜੋਸੀ ਦੀ ਵਰਤੋਂ ਕਰ ਸਕਦੇ ਹਾਂ। ਤੁਸੀਂ m ਵਿੱਚੋਂ ਘਟਾਉਣ ਲਈ i ਦੀ ਜਾਂ x ਦੀ ਵਰਤੋਂ ਨਹੀਂ ਕਰ ਸਕਦੇ, ਤਾਂ ਇਸ ਗੱਲ ਨੂੰ ਧਿਆਨ ਰੱਖਣਾ ਹੈ। ਤਾਂ 900 ਲਿਖਣ ਲਈ ਆਪਾਂ ਕੀ ਲਿਖਾਂਗੇ, ਪਹਿਲਾਂ m ਲਿਖਾਂਗੇ, 1000 ਲਿਖਾਂਗੇ, 1000 ਦੇ ਵਿੱਚੋਂ ਆਪਾਂ ਕੀ ਲਿਖ ਦਾਂਗੇ, 100 ਵਿੱਚੋਂ ਮਾਈਨਸ ਕਰ ਦਾਂਗੇ, ਤਾਂ ਇਹ ਜਿਹੜਾ ਹੈ ਇਹ ਕਿੰਨਾ ਬਣ ਗਿਆ, ਇਹ 900 ਬਣ ਗਿਆ। ਹੁਣ ਤੁਸੀਂ ਬੜੀ ਆਸਾਨੀ ਨਾਲ ਜਿੰਨੀ ਮਰਜ਼ੀ ਵੱਡੀ ਸੰਖਿਆ ਲਿਖ ਸਕਦੇ ਹੋ। ਤਾਂ ਦੇਖੋ ਜੇਕਰ ਆਪਾਂ ਸੰਖਿਆ ਲਿਖਣੀ ਹੈ 2527, ਤਾਂ 2527 ਕਿਵੇਂ ਲਿਖਾਂਗੇ, ਪਹਿਲਾਂ ਲਿਖਾਂਗੇ ਆਪਾਂ m, ਫਿਰ ਲਿਖਾਂਗੇ m, ਚਲੋ ਇਹਨੂੰ ਆਪਾਂ ਵਿਸਤ੍ਰਿਤ ਰੂਪ 'ਚ ਲਿਖ ਲੈਂਦੇ ਹਾਂ। ਪਹਿਲਾਂ ਕੀ 2000, ਫਿਰ 500, ਫਿਰ 20 ਤੇ 7 27, ਇਹਦਾ ਵਿਸਤ੍ਰਿਤ ਰੂਪ ਆਪਾਂ ਇਸ ਤਰ੍ਹਾਂ ਨਾਲ ਲਿਖ ਲਿਆ। ਇਹ ਵਿਸਤ੍ਰਿਤ ਰੂਪ ਜਿਹੜਾ ਹੈ ਉਹ ਧਿਆਨ ਰੱਖਣਾ ਹੈ, ਇਹਨਾਂ ਅੰਕਾਂ ਦੇ ਹਿਸਾਬ ਨਾਲ ਲਿਖਣਾ ਹੈ, ਆਪਾਂ ਆਪਣੀ ਸੰਖਿਆ ਪ੍ਰਣਾਲੀ ਦੇ ਹਿਸਾਬ ਨਾਲ ਨਹੀਂ ਲਿਖਣਾ। ਜਿਸ ਤਰ੍ਹਾਂ ਦੇ ਇਹ ਅੰਕ ਹਨ ਉਸੇ ਤਰੀਕੇ ਨਾਲ ਹੀ ਆਪਾਂ ਇਹਨਾਂ ਦਾ ਵਿਸਤ੍ਰਿਤ ਰੂਪ ਲਿਖਣਾ ਹੈ। ਤਾਂ 2000 ਨੂੰ ਦੇਖੋ ਆਪਾਂ ਕੀ ਲਿਖਾਂਗੇ, m ਤੇ m, 1000 1000 2000 ਬਣ ਗਿਆ। 500 ਵਾਸਤੇ ਆਪਣੇ ਕੋਲ ਚਿੰਨ੍ਹ ਹੈ d, ਤਾਂ ਆਪਾਂ d ਲਗਾ ਦਾਂਗੇ, ਇਹ 2500 ਇੱਥੇ ਤੱਕ ਆਪਾਂ ਲਿਖਤਾ। ਅੱਗੇ ਲਿਖਣਾ ਹੈ ਆਪਾਂ 20 ਕਿਵੇਂ ਲਿਖਾਂਗੇ, 10 ਤੇ 10 20, ਅੱਗੋਂ ਲਿਖਣਾ ਹੈ 7, ਤਾਂ 7 ਆਪਾਂ ਇਸ ਤਰੀਕੇ ਨਾਲ, 5 ਤੇ 2 7, ਤਾਂ 2527 ਆਪਾਂ ਇਸ ਤਰੀਕੇ ਨਾਲ ਲਿਖਤਾ। ਤਾਂ ਹੁਣ ਦੇਖੋ ਆਪਾਂ ਰੋਮਨ ਸੰਖਿਆ ਪ੍ਰਣਾਲੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸੰਖਿਆ ਜਿਹੜੀ ਆਪਾਂ ਲਿਖ ਸਕਦੇ ਹਾਂ ਇਹਨਾਂ ਅੰਕਾਂ ਨੂੰ ਪ੍ਰਯੋਗ ਕਰਕੇ, ਉਹ ਕਿਹੜੀ ਸੰਖਿਆ ਲਿਖ ਸਕਦੇ ਹਾਂ, 3999 ਸਭ ਤੋਂ ਵੱਡੀ ਰੋਮਨ ਸੰਖਿਆ ਹੈ ਜਿਹੜੀ ਕਿ ਇਹਨਾਂ ਅੰਕਾਂ ਨੂੰ ਪ੍ਰਯੋਗ ਕਰਕੇ ਆਪਾਂ ਲਿਖ ਸਕਦੇ ਹਾਂ। ਇਸ ਤੋਂ ਬਾਅਦ ਦੀਆਂ ਸੰਖਿਆਵਾਂ ਵੀ ਲਿਖੀਆਂ ਜਾ ਸਕਦੀਆਂ ਹੈ, ਪਰ ਆਪਾਂ ਇੱਕ ਵਾਰ 3999 ਤੱਕ ਦੀਆਂ ਸੰਖਿਆਵਾਂ ਨੂੰ ਲਿਖਣਾ ਸਿੱਖਾਂਗੇ। ਤਾਂ ਤੁਸੀਂ ਇਹਦਾ ਵਿਸਤ੍ਰਿਤ ਰੂਪ ਬਣਾ ਲਓ। ਦੇਖੋ ਪਹਿਲਾਂ ਕੀ ਲਿਖਾਂਗੇ ਆਪਾਂ, 3000, ਫਿਰ 900, ਫਿਰ 90, ਫਿਰ 999। ਤਾਂ 3000 ਕਿਸ ਤਰ੍ਹਾਂ ਲਿਖਾਂਗੇ, ਤਾਂ 3000 ਲਿਖਾਂਗੇ, 1000 1000 1000 ਕਿੰਨਾ ਹੋ ਗਿਆ, 3000। ਅੱਗੋਂ ਲਿਖਣਾ ਆਪਾਂ 900, ਤਾਂ 900 ਲਿਖਣਾ ਆਪਾਂ ਸਿੱਖ ਚੁੱਕੇ ਹਾਂ। 900 ਕਿਵੇਂ ਲਿਖਾਂਗੇ, 1000 ਦੇ ਵਿੱਚੋਂ ਆਪਾਂ 100 ਮਾਈਨਸ ਕਰ ਦਾਂਗੇ, ਹੈ ਨਾ, 1000 ਲਿਖਤਾ ਫਿਰ 100 ਮਾਈਨਸ ਕਰਤਾ, ਇਹ ਬਣ ਗਿਆ 900। ਤਾਂ ਇਹ 3900 ਹੋ ਗਿਆ। ਅੱਗੋਂ ਲਿਖਣਾ 90, 90 ਕਿਵੇਂ ਲਿਖਣਾ ਹੈ, 100 ਦੇ ਵਿੱਚੋਂ 10 ਮਾਈਨਸ ਕਰਨਾ ਹੈ, 90 ਆ ਗਿਆ, ਤੇ ਆਪਾਂ ਫਿਰ ਉਸ ਤੋਂ ਬਾਅਦ 10 ਦੇ ਵਿੱਚੋਂ 1 ਮਾਈਨਸ ਕਰਕੇ 9 ਲਿਖਣਾ ਹੈ। ਤਾਂ ਇਹ ਜਿਹੜੀ ਸੀ ਉਹ ਰੋਮਨ ਸੰਖਿਆਵਾਂ ਦੀ ਸਭ ਤੋਂ ਵੱਡੀ ਸੰਖਿਆ ਸੀ ਜਿਹੜੀ ਆਪਾਂ ਲਿਖੀ ਹੈ। ਤਾਂ ਇਹ ਸੀ ਆਪਣਾ ਚੈਪਟਰ ਜਾਂ ਆਪਣਾ ਟੌਪਿਕ ਰੋਮਨ ਸੰਖਿਆਵਾਂ। ਤੇ ਇਸ ਬਾਰੇ ਜਿਹੜਾ ਹੈ ਤੁਹਾਨੂੰ ਪ੍ਰਸ਼ਨ ਜਿਹੜਾ ਹੈ ਉਹ ਪੰਜਵੀਂ ਦੇ ਗਣਿਤ ਦੇ ਵਿੱਚ ਜਿਹੜਾ ਪਹਿਲਾ ਚੈਪਟਰ ਹੈ ਸੰਖਿਆਵਾਂ, ਉਸ ਦੇ MCQs ਦੇ ਵਿੱਚ ਰੋਮਨ ਸੰਖਿਆਵਾਂ ਬਾਰੇ ਕਾਫੀ ਪ੍ਰਸ਼ਨ ਪੁੱਛੇ ਗਏ ਹਨ, ਪਰ ਉਹ ਪ੍ਰਸ਼ਨ ਕਾਫੀ ਛੋਟੇ ਹਨ, ਤੁਸੀਂ ਬੜੀ ਹੀ ਆਸਾਨੀ ਨਾਲ ਉਹਨਾਂ ਦੇ ਜਵਾਬ ਦੇ ਦਿਓਗੇ। ਤਾਂ ਜੇਕਰ ਤੁਹਾਨੂੰ ਵੀਡੀਓ ਇਹ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।